विश्वास आपका। वाहे गुरु 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 वाहे 36 जुगां दा आउंदा एक एक अखर दा 9 जुग 9 चौके 36 ते फिर पूरे मंत्र दा 4 जुग जाप इदां 40 जुगां तक बहुत सुंदर प्रकरण है प्राण संगली दा वाहिगुरु मंत्र बारे। सो होर भी बेअंत ग्रंथां दे विच इस दा वर्णन अते महात्म आया है। निर्गुण सरगुण नाम जो वाहिगुरु तिन मेर सब ते ऊंचा जानिए लेत न कीजे देर। भाई संतोख सिंह जी कहंदे परमात्मा दे जिन्ने निर्गुण नाम हन परमात्मा दे जिन्ने सरगुण नाम हन। निर्गुण नाम ਉਹ ਨੇ ਜਿਨ੍ਹਾਂ ਦਾ ਸਾਨੂੰ ਕੋਈ ਪਤਾ ਨਹੀਂ। ਜਿਹੜਾ परमात्मा है ਉਹ ਨਾ ਖਾਂਦਾ ਹੈ ਨਾ ਸੌਂਦਾ ਹੈ ਨਾ ਉਸ ਦਾ ਕੋਈ ਮੁਖ ਹੈ ਨਾ ਹੱਥ ਹਨ। ਪਰ ਦੂਜੇ ਬੰਨੇ ਕਹਿੰਦੇ ਉਹਦੇ ਹਜ਼ਾਰਾਂ ਹੀ ਹੱਥ ਨੇ ਹਜ਼ਾਰਾਂ ਹੀ ਨੇਤਰ ਨੇ। सहस तव नैन नन नैन है तोहे को। इस प्रकार दे नाल निर्गुण दे जिन्ने नाम ने ते जिन्ने सरगुण स्वरूप विच संत होए ने भगत होए ने अवतार होए ने गुरु होए ने उन्हां ने अपने सिखां नूं उपदेश दिता परमेश्वर दे नाम दा। किसी ने बिठल बिठल कहना शुरू किया, किसी ने गोबिंदा कहा है, किसी ने हरि किया है, किसी ने पार ब्रह्म किया है, किसी ने निरंकार किया है, किसी ने ओंकार सोहंकार सतनाम किया है। इस तरह जिन्ने सरगुण नाम हैं वो भी सारे ते निर्गुण नाम भी। इन्हां सारियां तो श्रोमणी नाम भाई संतोख सिंह जी कहंदे ये वाहिगुरु है। ये मंत्र 24 घंटे जपिया जा सकता है किसी भी हालत विच। बंदा सुता होवे जां जागदा होवे, तुरिया जांदा होवे जां इशनान पान कर रहा होवे। मार्ग चलत हरे हर ध्याइए। सो हर समय सियाणे बंदे जिहड़े ने ਉਹ ਨਾਮ ਦਾ ਉਚਾਰਨ ਗੰਦੀ ਥਾਂ ਤੇ ਨਹੀਂ ਕਰਦੇ। ਬਾਥਰੂਮ ਵਿੱਚ ਜਦੋਂ ਜਾਂਦੇ ਨੇ ਉਦੋਂ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਉੱਚੀ ਨਹੀਂ ਕਹਿੰਦੇ। ਉਦੋਂ ਉੱਚੀ ਨਹੀਂ ਬਾਣੀ ਪੜ੍ਹਨੀ, ਉਦੋਂ ਮਨ ਵਿੱਚ ਨਾਮ ਦਾ ਸਿਮਰਨ ਕਰਨਾ। ਜਾਂ ਜਿਹੜੇ ਸ਼ਬਦ ਇਸ਼ਨਾਨ ਦੇ ਹਨ ਉਹ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਆਦਿ ਪੜ੍ਹੇ ਜਾਂਦੇ ਨੇ। फिर इशनान पान करके चौंकड़ा ला के बैठ के कुछ समा हिरदे विच ध्यान टिका के अपने दिल विच ते दिल विच वाहिगुरू वाहिगुरू दा सिमरन करना, मूल मंत्र दा सिमरन करना जां चक्रां दे विच ध्यान रखना। नाभि दा चक्कर पहला है। जिहड़े मूल मंत्र दा 1.25 लाख पाठ करते ने ਉਹਦੇ ਮੁਕਤ ਮਾਰਗ ਵਿੱਚ ਲਿਖਿਆ ਕਿ ਧਿਆਨ ਨਾਭੀ ਵਿੱਚ ਰੱਖਣਾ ਚਾਹੀਦਾ ਹੈ। ਨਾਭੀ ਵਿੱਚ ਧਿਆਨ ਰੱਖ ਕੇ 1.25 ਲੱਖ ਪਾਠ ਮੂਲ ਮੰਤਰ ਦਾ ਕਰੇ। ਫਿਰ ਹਿਰਦੇ ਵਿੱਚ ਧਿਆਨ ਪਰਾ ਪਸੰਤੀ ਮਧਮਾ ਤੇ ਬੈਖਰੀ 4 ਬਾਣੀਆਂ ਹਨ। ਇੱਕ ਬਾਣੀ ਦਾ ਦੂਜੀ ਬਾਣੀ ਨਾਲੋਂ ਬਹੁਤ ਜ਼ਿਆਦਾ ਮਹਾਤਮ ਹੈ। ਫਿਰ ਕੰਠ ਵਿੱਚ ਫਿਰ ਰਸਨਾ ਦੁਆਰਾ ਉਚਾਰਨ ਕਰਨਾ। सो जैसा जैसा किसी का बल पवे वैसा वैसा नाम का सिमरन। कई त्रिकुटी विच ध्यान धरदे दोवां अखां दे विचाले अखां बंद करके ते बंद अखां दे नाल देखना
ਤੇ ਵਾਹਿਗੁਰੂ ਅੱਖਰ 4 ਦੇਖਣੇ, ਜਾਂ ਮੂਲ ਮੰਤਰ ਏਕ ਓੰਕਾਰ ਦੇਖਣਾ, ਜਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹਿਰਦੇ ਦੇ ਵਿੱਚ ਲਿਆਉਣਾ। ਫਿਰ ਉਸ ਤੋਂ ਅੱਗੇ ਦਸਮ ਦਵਾਰਾ, ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਦਸਮ ਦਵਾਰ ਦੇ ਵਿੱਚ ਜੋ ਸਿਰ ਦੇ ਅੰਦਰ ਹੈ ਉੱਥੇ ਧਿਆਨ ਧਰਿਆ ਜਾਂਦਾ। ਇੱਕ ਮਹਾਂਪੁਰਸ਼ਾਂ ਨੇ ਪ੍ਰਯੋਗ ਦੱਸਿਆ ਕਿ ਜਦੋਂ ਤੁਸੀਂ ਸਪੀਕਰ ਦੁਆਰਾ ਕੀਰਤਨ ਸੁਣਦੇ ਹੋ ਤੇ ਸਪੀਕਰ ਤੁਹਾਡੇ ਸਿਰ ਤੇ ਚਾਹੀਦਾ ਹੈ। ਸਿਰ ਦੇ ਉੱਤੇ ਜਦੋਂ ਆਵਾਜ਼ ਸੁਣੋਗੇ ਲਗਾਤਾਰ ਕੁਝ ਮਹੀਨੇ, ਤੇ ਫਿਰ ਤੁਹਾਨੂੰ ਦਸਮ ਦਵਾਰ ਦੇ ਵਿੱਚ ਉਹ ਕੀਰਤਨ ਸੁਣਨ ਲੱਗ ਪਵੇਗਾ। ਵੈਸੇ ਤੇ ਸੁਣਨ ਦੇ ਸਾਧਨ ਕੰਨ ਹਨ। ਲੋਕ 2-2 ਸਪੀਕਰ ਲਾਉਂਦੇ, ਇੱਕ ਉਧਰ ਇੱਕ ਉਧਰ, ਵਿਚਕਾਏ ਬੈਠ ਕੇ ਲਗਾਤਾਰ ਕੀਰਤਨ ਸੁਣਦੇ। ਕੋਈ ਆਸਾ ਜੀ ਦੀ ਵਾਰ, ਕੋਈ ਹੋਰ ਬਾਣੀਆਂ ਦੇ ਪਾਠ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਦਿ। ਪਰ ਜਿਨ੍ਹਾਂ ਨੇ ਪ੍ਰਯੋਗ ਕੀਤਾ ਹੈ ਉਹ ਦੱਸਦੇ ਹਨ ਕਿ ਸਿਰ ਦੇ ਵਿੱਚ ਆਵਾਜ਼ ਸੁਣਨ ਦੇ ਨਾਲ ਕੁਝ ਸਮੇਂ ਦੇ ਬਾਅਦ ਬਿਨਾਂ ਹੀ ਵਾਜੇ ਦੇ ਵੱਜਣ ਤੋਂ, ਬਿਨਾਂ ਕੀਰਤਨ ਦੇ ਹੋਣ ਤੋਂ ਵੀ ਕੀਰਤਨ ਸੁਣਦਾ। ਜਿਵੇਂ ਘਰ ਵਿੱਚ ਵਿਆਹ ਸ਼ਾਦੀ ਹੋਵੇ ਤੇ ਵਾਜਾ ਉੱਚੀ ਲੱਗਾ ਹੋਵੇ, ਵਾਜਾ ਬੰਦ ਵੀ ਹੋ ਜੇ ਤੇ ਨੇ ਜਿਹੜੇ ਸਾਧੂ ਨੇ, ਜਿਹੜੀ ਬੰਸ ਵਿੱਚ ਹੁੰਦੇ ਨੇ, 21 ਕੁਲਾਂ ਦੇ ਤਰਨ ਦਾ ਵੀ ਬਾਣੀ ਵਿੱਚ ਆਇਆ ਤੇ 101 ਕੁਲ ਦੇ ਤਰਨ ਦਾ ਵੀ ਬਿਰਤਾਂਤ ਆਇਆ ਹੈ। ਇਸ ਕਰਕੇ ਉਹ ਹੀ ਤਰਦੇ ਨੇ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ, ਜਿਹੜੇ ਨਾਮ ਨਾਲ ਪ੍ਰੀਤੀ ਕਰਦੇ ਨੇ। ਨਾਵੇਂ ਮਹਾਰਾਜ ਫਰਮਾਉਂਦੇ, ਹੇ ਮੇਰਿਆ ਮਨਾ, ਤੂੰ ਵੀ ਰਾਮ ਦੇ ਨਾਮ ਨਾਲ ਪ੍ਰੀਤੀ ਕਰ। ਸਰਵਣ ਗੋਬਿੰਦ ਗੁਣ ਸੁਨ, ਅਰ ਗਾਓ ਰਸਨਾ ਗੀਤ। ਸਰਵਣ ਨਾਮ ਹੈ ਕੰਨਾਂ ਦਾ। ਕੰਨ ਕਿਵੇਂ ਸਫਲ ਹੁੰਦੇ ਹਨ? ਇਹ ਸਰਵਣੋ ਮੇਰਿਓ, ਸਾਚੇ ਸੁਣਨੇ ਨੂੰ ਪਠਾਏ। ਇਹ ਜਿਹੜੇ ਸਰਵਣ ਕੰਨ ਹਨ, ਤੀਜੇ ਮਹਾਰਾਜ ਕਹਿੰਦੇ ਸੱਚ ਸੁਣਨ ਵਾਸਤੇ ਪਰਮੇਸ਼ਰ ਨੇ ਦਿੱਤੇ ਨੇ। ਜਿਹੜੇ ਲੋਕ ਝੂਠ ਸੁਣਦੇ ਨੇ, ਊਲ ਜਲੂਲ ਸੁਣਦੇ ਨੇ, ਦੂਸਰੇ ਜਨਮ ਵਿੱਚ ਬਹਿਰੇ ਜੰਮਦੇ ਨੇ, ਬੋਲੇ ਜੰਮਦੇ ਨੇ, ਕੰਨਾਂ ਦੀ ਸਹੀ ਵਰਤੋਂ ਨਹੀਂ ਕੀਤੀ। ਇਸ ਕਰਕੇ ਪਰਮੇਸ਼ਰ ਉਹਨਾਂ ਨੂੰ ਕੰਨ ਨਹੀਂ ਦਿੰਦਾ। ਕਈ ਐਸੇ ਬੱਚੇ ਜੰਮਦੇ ਨੇ ਜਿਹੜੇ ਜਨਮ ਤੋਂ ਹੀ ਗੁੰਗੇ, ਜਨਮ ਤੋਂ ਹੀ ਬੋਲੇ, ਜਨਮ ਤੋਂ ਹੀ ਅੰਧੇ। ਇੱਕ ਥੋੜੇ ਦਿਨ ਹੋਏ ਅਸੀਂ ਟੈਲੀਵਿਜ਼ਨ ਵਿੱਚ ਬੰਦਾ ਦੇਖਿਆ, ਉਹ ਕਹਿੰਦਾ ਮੇਰਾ ਜਨਮ ਹੀ ਇਦਾਂ ਹੋਇਆ ਬਿਨਾਂ ਬਾਹਾਂ ਤੋਂ, ਦੋਵੇਂ ਬਾਹਾਂ ਹੀ ਨਹੀਂ ਉਹਦੀਆਂ ਸਰੀਰ ਦੀਆਂ। ਸੋ ਇਸ ਪ੍ਰਕਾਰ ਦੇ ਨਾਲ ਪਰਮੇਸ਼ਰ ਦੀ ਲੀਲਾ ਬਹੁਤ ਨਿਆਰੀ ਹੈ। ਜੈਸੇ ਜੈਸੇ ਜੀਵਾਂ ਦੇ ਕਰਮ ਹਨ, ਵੈਸੇ ਵੈਸੇ ਉਹਨਾਂ ਨੂੰ ਸਰੀਰ ਮਿਲਦੇ ਨੇ। ਸ਼ੁਭ ਕੁਲ ਜਨਮ, ਸਰੂਪ ਤਨ। ਚੰਗੀ ਕੁਲ ਵਿੱਚ ਜਨਮ ਹੋਣਾ, ਚੰਗੇ ਖਾਨਦਾਨ ਵਿੱਚ ਜਨਮ ਹੋਣਾ, ਤੇ ਸਰੀਰ ਦਾ ਸਰੂਪ ਸੋਹਣਾ ਹੋਣਾ, ਅੰਗ ਪ੍ਰਤੰਗ ਪੂਰੇ ਹੋਣੇ। ਸ਼ੁਭ ਕੁਲ ਜਨਮ ਸਰੂਪ ਤਨ, ਭੂਪ ਭੋਗਿਆ ਪਤ। ਤੇ ਭੂਪ ਰਾਜਿਆਂ ਵਾਂਗੂ ਹੁਕਮ ਚੱਲਣਾ, ਰਾਜਿਆਂ ਵਾਂਗੂ ਠਾਠ ਬਾਠ ਹੋਣਾ। ਪੰਡਿਤ ਦੇਹ ਅਰੋਗ ਪੁਨ। ਫਿਰ ਪੰਡਿਤ ਹੋਣਾ, ਵਿਦਵਾਨ ਹੋਣਾ, ਵਿਦਿਆਵਾਨ ਹੋਣਾ। ਫਿਰ ਸਰੀਰ ਰੋਗਾਂ ਤੋਂ ਰਹਿਤ ਹੋਣਾ। ਇਹ ਜਿਹੜੇ ਸਾਡੇ ਸਰੀਰ ਨੂੰ ਰੋਗ ਲੱਗੇ, ਪਾਪਾਂ ਦਾ ਫਲ ਹੈ। ਮਹਾਰਾਜ ਸਾਨੂੰ ਸੂਲੀ ਦੀ ਸੂਲ ਕਰਕੇ ਭੁਗਤਾ ਰਹੇ ਨੇ। ਹੈ ਤੇ ਬਹੁਤ ਕਸ਼ਟ ਜ਼ਿਆਦਾ ਆਉਣ ਵਾਲਾ, ਪਰ ਥੋੜੇ ਜਿਹੀ ਭੁਗਤਾ ਰਹੇ ਨੇ। ਜਿਹੜੇ ਭੁਗਤ ਲੈਂਦੇ ਨੇ ਫਿਰ ਗਾਹ ਨਹੀਂ ਭੁਗਤਣਾ ਪੈਂਦਾ। ਜਿਹੜੇ ਅਰਦਾਸਾਂ ਬੇਨਤੀਆਂ ਕਰਕੇ ਨਹੀਂ ਭੁਗਤਣਾ ਚਾਹੁੰਦੇ, ਉਹਨਾਂ ਨੂੰ ਫੇਰ ਭੁਗਤਣਾ ਪੈਂਦਾ। ਜਿਹੜੇ ਸੰਚਿਤ ਕਰਮ ਹਨ, ਇਹ ਜੀਵ ਦਾ ਕਲਪਾਂ ਪਰਯੰਤ ਖਹਿੜਾ ਨਹੀਂ ਛੱਡਦੇ। ਕਈ ਜਨਮ ਬੀਤ ਜਾਂਦੇ ਨੇ, ਕਈ ਯੁੱਗ ਬੀਤ ਜਾਂਦੇ ਨੇ, ਕਈ ਕਲਪ ਬੀਤ ਜਾਂਦੇ ਨੇ। ਉਹ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਦਾ ਫਲ ਸਾਹਮਣੇ ਆ ਜਾਂਦਾ। ਜਾਂ ਕੋਈ ਬ੍ਰਹਮ ਗਿਆਨੀ ਸਾਧੂ ਹੋਵੇ ਤੇ ਉਹ ਰੇਖ ਮੇਟ ਦਵੇ ਮਾੜੇ ਕਰਮਾਂ ਦੀ, ਤੇ ਫੇਰ ਮਾਫੀ ਮਿਲ ਜਾਂਦੀ, ਫੇਰ ਉਹਨੂੰ ਉਹ ਕਰਮ ਨਹੀਂ ਭੋਗਣੇ ਪੈਂਦੇ। ਪਰ ਇੰਨੀ ਸਾਡੀ ਕਮਾਈ ਨਹੀਂ ਹੁੰਦੀ ਕਿ ਸਾਡੇ ਤੇ ਕੋਈ ਮਹਾਂਪੁਰਸ਼ ਦਿਆਲੂ ਹੋ ਕੇ ਸਾਨੂੰ ਦਿਲੋਂ ਵਰਦਾਨ ਦੇ ਦੇਵੇ
ਤੇ ਸਾਡੇ ਸਾਰੇ ਕਰਮ ਕੱਟ ਦੇਵੇ। ਵੈਸੇ ਸਾਧੂਆਂ ਦੀਆਂ ਬਹੁਤ ਕਥਾ ਨੇ, ਸਾਡੇ ਕੋਲ ਇੱਕ ਪੂਰੀ ਅਲਮਾਰੀ ਭਰੀ ਹੈ ਸੰਤਾਂ ਦੇ ਜੀਵਨ ਦੀ। ਜਿੰਨੇ ਸਤਜੁਗ ਤੋਂ ਲੈ ਕੇ ਹੁਣ ਤੱਕ ਸੰਤ ਹੋਏ ਨੇ, ਹਜ਼ਾਰਾਂ ਦੀ ਗਿਣਤੀ। ਇੱਕ ਹੀ ਪੁਸਤਕ ਦੇ ਵਿੱਚ 999 ਸੰਤਾਂ ਦੀਆਂ ਫੋਟੋ ਤੇ ਉਹਨਾਂ ਦਾ ਜੀਵਨ ਲਿਖਿਆ ਹੈ। ਫਿਰ ਸਤਜੁਗ ਦੇ ਭਗਤ, ਦੁਆਪਰ ਤ੍ਰੇਤਾ ਦੇ ਭਗਤ, ਫਿਰ ਕਲਯੁਗ ਦੇ ਭਗਤ, ਤੇ ਹੁਣ ਦੇ ਸੰਤ ਜਿਹੜੇ ਅਸੀਂ ਆਪ ਦੇਖੇ ਨੇ ਆਪਣੇ ਜੀਵਨ ਕਾਲ ਵਿੱਚ, ਛੋਟੀ ਉਮਰ ਵਿੱਚ ਦੇਖੇ, ਭਾਵੇਂ ਉਹ ਸਰੀਰ ਛੱਡ ਗਏ ਨੇ, ਗਾਂ ਤੋਂ ਗਾਂ ਹੋਰ ਸਾਧੂ ਚਲੇ ਆ ਰਹੇ ਨੇ। ਇਹਨਾਂ ਸਾਰੇ ਸੰਤਾਂ ਦਾ ਜੀਵਨ ਪੜ੍ਹਨ ਦੇ ਨਾਲ ਮਨ ਦੇ ਅੰਦਰ ਚਾਅ ਜਾਗਦਾ ਕਿ ਅਸੀਂ ਵੀ ਸੰਤ ਬਣੀਏ, ਅਸੀਂ ਵੀ ਕੋਈ ਸੰਤਾਂ ਵਾਲਾ ਗੁਣ ਧਾਰਨ ਕਰ ਲਈਏ। ਵਿਣ ਗੁਣ ਕੀਤੇ ਭਗਤ ਨਾ ਹੋਏ। ਵਾਹਿਗੁਰੂ ਦੀ ਭਗਤੀ ਬਿਨਾਂ ਗੁਣਾਂ ਤੋਂ ਨਹੀਂ ਹੁੰਦੀ। ਇਸ ਕਰਕੇ ਸ਼ੁਭ ਗੁਣ ਪਹਿਲੇ ਧਾਰਨ ਕਰਨੇ ਪੈਂਦੇ ਨੇ। ਸ਼ੁਭ ਗੁਣ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗਿਆ ਪਤ, ਪੰਡਤ ਦੇਹ ਅਰੋਗ ਪੁਨ ਧਰਮ ਜਾਨ ਫਲ ਸਤ। ਇਹ 7 ਧਰਮ ਦੇ ਫਲ ਨੇ। ਜਿਨ੍ਹਾਂ ਨੇ ਧਰਮ ਕਮਾਇਆ ਆਪਣੀ ਜ਼ਿੰਦਗੀ ਦੇ ਅੰਦਰ, ਉਹਨਾਂ ਨੂੰ ਫਿਰ ਦੂਜੇ ਜਨਮ ਦੇ ਅੰਦਰ ਇਹਨਾਂ 7 ਗੁਣਾਂ ਵਾਲਾ ਸਰੀਰ ਪ੍ਰਾਪਤ ਹੁੰਦਾ ਹੈ। ਬਿਨਾਂ ਰੋਗ ਤੋਂ ਸਰੀਰ, ਰਾਜਿਆਂ ਵਾਂਗੂ ਹੁਕਮ ਚੱਲਣਾ ਅਤੇ ਸਰੀਰ ਰੋਗਾਂ ਤੋਂ ਰਹਿਤ, ਵਿਦਵਾਨ ਹੋਣਾ ਇਤਿਆਦ। ਗੁਰੂ ਜੀ ਕਹਿੰਦੇ ਸਰਵਣ, ਕੰਨਾਂ ਦੇ ਨਾਲ ਪਰਮੇਸ਼ਰ ਦੀ ਕੀਰਤੀ ਸੁਣੋ। ਐਸੇ ਵੀ ਸੰਤ ਹੋਏ ਨੇ ਜਿਨ੍ਹਾਂ ਨੇ ਬਿਨਾਂ ਬਾਣੀ ਤੋਂ ਕੁਝ ਸੁਣਿਆ ਨਹੀਂ। ਇੱਕ ਸੰਤ ਹਰਿਦੁਆਰ ਅਸੀਂ ਮਿਲਣ ਗਏ ਜਗਦੀਸ਼ ਹਰੀ ਮਹਾਰਾਜ ਜੀ ਨੂੰ, ਤਾਂ ਉਹ ਕਹਿੰਦੇ ਉੱਠ ਕੇ ਖੜੇ ਹੋ ਗਏ, ਤਾਂ ਕਹਿੰਦੇ ਮਹਾਰਾਜ ਅਸੀਂ ਨਾ 16 ਕਥਾ ਸੁਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਚੌਂਕੜਾ ਲਾ ਕੇ, ਸਤੋ ਕੀ ਗਲੀ ਰਹਿ ਕੇ। ਬਾਬਾ ਅਮੀਰ ਸਿੰਘ ਜੀ ਕਥਾ ਕਰਦੇ ਸੀ ਤੇ ਸਾਲ ਬਾਅਦ ਭੋਗ ਪਾਉਂਦੇ ਸੀ ਗੁਰੂ ਗ੍ਰੰਥ ਸਾਹਿਬ ਦਾ, ਤੇ 16 ਕਥਾ ਲਗਾਤਾਰ ਸੁਣੀਆਂ। ਸੋ ਇਸ ਪ੍ਰਕਾਰ ਦੇ ਨਾਲ ਜਿਹੜੇ ਕੰਨਾਂ ਦੇ ਨਾਲ ਸਾਰੀ ਕਥਾ ਸੁਣਦੇ ਨੇ, ਸਾਰਾ ਕੀਰਤਨ ਸੁਣਦੇ ਨੇ, ਸਾਰੀ ਆਸਾ ਦੀ ਵਾਰ, ਸਾਰੀ ਸੁਖਮਣੀ ਸਾਹਿਬ, ਸਾਰਾ ਸੁੰਦਰ ਗੁਟਕਾ, ਬੇਅੰਤ ਗੁਰਸਿੱਖ ਨੇ ਜਿਹੜੇ ਰੋਜ਼ 5 ਗ੍ਰੰਥੀ ਦਾ ਨਿਤਨੇਮ ਕਰਦੇ ਨੇ। ਨਿਹੰਗ ਸਿੰਘ 10 ਗ੍ਰੰਥੀ ਦਾ ਰੋਜ਼ ਨਿਤਨੇਮ ਕਰਦੇ ਨੇ। ਬਾਬਾ ਨਰਾਇਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ 204 ਪੱਤਰਿਆਂ ਦਾ ਨਿਤਨੇਮ ਕਰਦੇ ਸੀ। ਹਰ 7 ਦਿਨੀ ਪਾਠ ਦੀ ਸਮਾਪਤੀ ਕਰਦੇ ਸੀ। ਇਹ ਹੀ ਉਹਨਾਂ ਦਾ ਨਿਤਨੇਮ ਰਿਹਾ। ਇਸੇ ਤਰ੍ਹਾਂ ਕੋਈ ਨਾਮ ਦਾ ਅਭਿਆਸ ਕਰਦਾ ਹੈ। ਕੰਨਾਂ ਦੇ ਨਾਲ ਗੋਬਿੰਦ ਦੇ ਗੁਣ ਸੁਣੋ ਅਤੇ ਰਸਨਾ ਦੇ ਨਾਲ ਪਰਮੇਸ਼ਰ ਦੇ ਗੀਤ ਗਾਓ, ਕੀਰਤਨ ਕਰੋ, ਕਥਾ ਕਰੋ, ਪ੍ਰਭੂ ਦਾ ਜਸ ਕਰੋ। ਵੈਸੇ ਤੇ ਗੁਰੂ ਜੀ ਕਹਿੰਦੇ ਉਸਤਤ ਨਿੰਦਾ ਦਉ ਤਿਆਗੈ, ਪਰ ਤਰੀਕਾ ਇਹ ਦੱਸਿਆ ਕਿ ਪਹਿਲੇ ਨਿੰਦਿਆ ਤਿਆਗੋ, ਬਾਅਦ ਵਿੱਚ ਉਸਤਤੀ ਤਿਆਗੀ ਜਾਵੇਗੀ। ਪਹਿਲੇ ਉਸਤਤੀ ਕਰੋਗੇ ਚੰਗੇ ਲੋਕਾਂ ਦੀ ਤਾਂ ਨਿੰਦਿਆ ਤਿਆਗੀ ਜਾਵੇਗੀ। ਜਿਹੜੇ ਭਲੇ ਪੁਰਸ਼ ਨੇ ਉਹਨਾਂ ਦੀ ਮਹਿਮਾ ਕਰੋ। ਉਹਨਾਂ ਦੀ ਮਹਿਮਾ ਕਰਨ ਨਾਲ ਉਹਨਾਂ ਤੋਂ ਬਹੁਤ ਭਾਰੀ ਬਲ ਮਿਲਦਾ ਹੈ। ਜਦੋਂ ਕੋਈ ਮਹਾਂਪੁਰਸ਼ ਖੁਸ਼ ਹੁੰਦਾ ਤੇ ਅਸ਼ੀਰਵਾਦ ਦਿੰਦਾ ਹੈ। ਕਰ ਸਾਧ ਸੰਗਤ ਸਿਮਰ ਮਾਧੋ। ਇੱਕ ਹੋਰ ਕੰਮ ਬੜਾ ਜ਼ਰੂਰੀ ਹੈ। ਗੁਰੂ ਜੀ ਕਹਿੰਦੇ ਸਾਧ ਸੰਗਤ ਰੋਜ਼ ਕਰੋ। ਪਤਾ ਨਹੀਂ ਸਾਧ ਸੰਗਤ ਦੇ ਵਿੱਚ ਕਿਸ ਦਿਨ ਕਿਸੇ ਮਹਾਂਪੁਰਸ਼ ਨੇ ਆ ਕੇ ਕਿਸੇ ਮੰਡਲ 'ਚ ਜਾ ਕੇ ਕੋਈ ਬਚਨ ਕਹਿ ਦੇਣਾ ਜਿਹੜਾ ਸਾਡੇ ਹਿਰਦੇ 'ਚ ਵਸ ਜਾਣਾ। ਦੇਖੋ ਰੋਜ਼ ਨਹੀਂ ਸਾਰਿਆਂ ਦੀ ਕਥਾ ਅਸਰ ਕਰਦੀ, ਪਰ ਕਿਸੇ ਕਿਸੇ ਦਿਨ ਕੀਰਤਨ ਦਾ ਐਸਾ ਆਨੰਦ ਬਣਦਾ ਹੈ, ਕਿਸੇ ਕਿਸੇ ਦਿਨ ਕਥਾ ਦਾ ਐਸਾ ਆਨੰਦ ਬਣਦਾ ਹੈ ਕਿ ਸਮਾਧੀਆਂ ਲੱਗ ਜਾਂਦੀਆਂ ਨੇ, ਹਿਰਦੇ ਦੇ ਵਿੱਚ ਉਹ ਬਚਨ ਵਸ ਜਾਂਦੇ ਨੇ। ਇਸ ਕਰਕੇ ਲਗਾਤਾਰ ਹਰ ਰੋਜ਼ ਸਾਧ ਸੰਗਤ ਕਰਨੀ ਹੈ। ਸਾਧ ਸੰਗਤ ਵਿੱਚ ਗੁਰਬਾਣੀ ਦਾ ਜਾਪ, ਕਥਾ ਅਤੇ ਕੀਰਤਨ, ਇਹਨੂੰ ਗੁਰੂ ਸਾਹਿਬ ਜੀ ਨੇ ਜ਼ਿਆਦੀ ਮਹਾਨਤਾ ਦਿੱਤੀ ਹੈ। 6ਵੇਂ ਪਾਤਸ਼ਾਹ ਨੇ ਢਾਡੀਆਂ ਦੀਆਂ ਵਾਰਾਂ ਅਤੇ ਕਵੀਸ਼ਰੀ ਜਥੇ ਵੀ ਰੱਖੇ। 10ਵੇਂ ਮਹਾਰਾਜ ਨੇ 52 ਕਵੀ ਰੱਖੇ, ਨਵੀਆਂ ਕਵਿਤਾਵਾਂ ਸੁਣਾਉਂਦੇ ਨੇ।
ਬਾਣੀ ਦੇ ਅਲੌਕਿਕ ਅਰਥ ਕਰਕੇ ਸੁਣਾਉਂਦੇ ਨੇ ਭਾਈ ਨੰਦ ਲਾਲ ਜੀ ਵਰਗੇ। ਬਾਣੀ ਦੇ ਹੀ ਭਾਵ ਨੂੰ ਆਪਣੀ ਬਾਣੀ ਵਿੱਚ ਪ੍ਰਗਟ ਕਰਦੇ ਨੇ। ਇਸ ਕਰਕੇ ਕਰ ਸਾਧ ਸੰਗਤ ਅੱਗੇ ਹੋਏ ਪਤਿਤ ਪੁਨੀਤ। ਕਰ ਸਾਧ ਸੰਗਤ ਸਿਮਰ ਮਾਧੋ। ਮਾਧੋ ਦਾ ਅਰਥ ਹੈ ਮਾਂ ਧੋ। ਮਾਂ ਮੈਣੇ ਮਾਇਆ, ਧੋ ਮੈਣੇ ਆਸਰਾ। ਮਾਇਆ ਦਾ ਆਸਰਾ ਕੌਣ ਹੈ? ਪ੍ਰਮਾਤਮਾ। ਜਿਹੜਾ ਮਾਇਆ ਦਾ ਆਸਰਾ ਪ੍ਰਭੂ ਹੈ ਉਹਦਾ ਸਿਮਰਨ ਕਰ, ਪਰਮੇਸ਼ਰ ਦਾ ਸਿਮਰਨ ਕਰ। ਸਾਰੇ ਪਰਮੇਸ਼ਰ ਦਾ ਸਿਮਰਨ ਨਹੀਂ ਕਰ ਸਕਦੇ, ਫਿਰ ਗੁਰੂਆਂ ਦਾ ਸਿਮਰਨ ਦੱਸਿਆ, ਫਿਰ ਸਾਧੂਆਂ ਦਾ ਸਿਮਰਨ ਦੱਸਿਆ। ਪਹਿਲੇ ਸਾਧੂ ਸੰਤਾਂ ਦੇ ਦਰਸ਼ਨ ਕਰੋ, ਫਿਰ ਗੁਰੂਆਂ ਦਾ ਹਿਰਦੇ ਵਿੱਚ ਧਿਆਨ ਧਰੋ, ਗੁਰੂਆਂ ਦੀ ਬਾਣੀ ਪੜੋ। ਫਿਰ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਵੀ ਸਾਡਾ ਧਿਆਨ ਨਾ ਧਰੋ, ਧਿਆਨ ਧਰੋ ਤਿਹ ਕੋ ਜਗ ਮੇ ਜਿਹ ਕੋ ਅਮਤੋਜ ਸਭੇ ਜਗ ਛਾਇਓ। ਜਿਹੜਾ ਸਾਰਿਆਂ ਦਾ ਮਾਲਕ ਹੈ ਨਾ ਨਿਰੰਕਾਰ, ਉਹਦਾ ਧਿਆਨ ਧਰੋ। ਉਹਦਾ ਧਿਆਨ ਹਰ ਕੋਈ ਨਹੀਂ ਧਰ ਸਕਦਾ। ਉਹਦਾ ਧਿਆਨ ਧਰਨ ਵਾਸਤੇ ਬੜੇ ਬੜੇ ਸਾਧੂਆਂ ਨੇ ਫੋਟੋਆਂ ਬਣਾਈਆਂ ਨੇ ਅਕਾਲ ਪੁਰਖ ਦੀਆਂ ਵੀ ਐਸੀ ਮੂਰਤੀ ਬਣਾ ਕੇ ਉਸ ਦਾ ਧਿਆਨ ਧਰੋ, ਪਰ ਉਹ ਸਭ ਕਲਪਤ ਹਨ। ਪਰਮਾਤਮਾ ਦਾ ਸਹੀ ਸਰੂਪ ਜਿਹੜਾ ਹੈ ਉਹ ਕੋਈ ਵੀ ਨਹੀਂ ਕਥਨ ਕਰ ਸਕਦਾ। ਨਾ ਵੇਦ ਕਥਨ ਕਰ ਸਕਦੇ, ਨਾ ਪੁਰਾਣ, ਨਾ ਸਿਮਰਤੀਆਂ, ਨਾ ਸ਼ਾਸਤਰ। ਗੁਰੂ ਸਾਹਿਬ ਜੀ ਕਹਿੰਦੇ ਸਾਡੀ ਬਾਣੀ ਵਿੱਚ ਵੀ ਅਸੀਂ ਅੰਤ ਨਹੀਂ ਪਾ ਸਕਦੇ। ਅਸੀਂ ਕਿਹਾ ਤੇ ਹੈ ਪ੍ਰਭੂ ਦਾ ਜਸ, ਪਰ ਉਹਦਾ ਅੰਤ ਨਹੀਂ ਆਇਆ। ਉਹਦਾ ਜਸ ਬੇਅੰਤ ਹੈ। ਸਾਰੀ ਬਾਣੀ ਉਸ ਦੇ ਜਸ ਨਾਲ ਭਰਪੂਰ ਹੈ। ਪਰ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨਿਮਰਤਾ ਵਿੱਚ ਕਹਿੰਦੇ ਕਿ ਪ੍ਰਮਾਤਮਾ ਦਾ ਭਾਈ ਅੰਤ ਨਹੀਂ। ਅਕਾਲ ਉਸਤਤ ਵਿੱਚ ਪ੍ਰਭੂ ਦੀ ਉਸਤਤੀ ਕੀਤੀ ਹੈ ਤੇ ਫਿਰ ਮਹਾਰਾਜ ਕਹਿੰਦੇ ਨੇ ਕੋਈ ਸਾਨੂੰ ਅੰਤ ਨਹੀਂ ਆਉਂਦਾ ਉਸ ਦਾ। ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ। ਜਿਹੜਾ ਕਾਲ ਹੈ ਨਾ, ਜਿਹੜੀ ਮੌਤ ਹੈ, ਉਹਨੇ ਮੂੰਹ ਟੱਡਿਆ ਹੋਇਆ। ਜਿਵੇਂ ਕੋਈ ਸੱਪ ਡੱਡੂ ਦੇ ਸਾਹਮਣੇ ਮੂੰਹ ਟੱਡਿਆ ਹੋਵੇ ਤੇ ਪਤਾ ਨਹੀਂ ਸੱਪ ਨੇ ਕਦੋਂ ਡੱਡੂ ਨੂੰ ਖਾ ਜਾਣਾ ਹੈ। ਇਸੇ ਤਰ੍ਹਾਂ ਇਹ ਜਿਹੜਾ ਕਾਲ ਹੈ ਨਾ, ਮੌਤ ਹੈ, ਇਹ ਸੱਪ ਦੀ ਨਿਆਈ ਮੂੰਹ ਟੱਡੀ ਖੜੀ ਹੈ। ਆਵੇ ਕਾਲ, ਆਵੇ ਜਬ ਕਾਲ, ਜਦੋਂ ਕਾਲ ਆਉਂਦਾ ਹੈ ਉਦੋਂ ਜੀਵ ਦੀ ਕੋਈ ਚਿਤਰਾਈ ਨਹੀਂ ਜਾਂਦੀ। ਦਵਾਈਆਂ ਬਹੁਤੀਆਂ ਖਾਣ ਦੇ ਨਾਲ ਸ਼ਬਦ ਪ੍ਰਮਾਣ ਕਈ ਭੁੱਲ ਜਾਂਦੇ ਨੇ। ਜੈਸੇ ਇੱਕ ਥਾਂ ਦੇ ਉੱਤੇ ਆਇਆ ਹੈ, ਮਨੁ ਮਾਨ ਧਾਤਾ ਦਲੀਪ ਪਿਰਥੂ ਰਘੂ ਅਜ ਦਸ਼ਰਥ ਪੂਤ ਰਾਮ ਰਾਵਣ ਦੇ ਦਲੀ ਹੈ। ਮਨੁ ਮਾਨ ਧਾਤਾ ਦਲੀਪ ਪਿਰਥੂ ਰਘੂ ਅਜ। ਅਖੀਰ ਦੇ ਵਿੱਚ ਆਉਂਦਾ ਕਾਲ ਮਹਾਬਲੀ ਹਲ ਦਲੀ ਮਲੀ ਗਲੀ ਗਲੀ। ਹਾਰੇ ਸ਼ਲੀ ਬਲੀ ਦਾਲ ਕਾਹੂ ਕੀਨਾ ਗਲੀ ਹੈ। ਸਵਈਆ ਪੂਰਾ ਭੁੱਲ ਗਿਆ। ਅਖੀਰ ਦੇ ਵਿੱਚ ਕਹਿੰਦੇ ਨੇ ਕਿ ਬੜੇ ਬੜੇ ਪ੍ਰਤਾਪੀ ਰਾਜੇ ਮਹਾਰਾਜੇ अवतार एक शिव भय एक गए एक फेर भय। रामचंद्र कृष्ण के अवतार भी अनेक हैं। ब्रह्मा और विष्णु केते वेद और पुराण केते सिमरत समूहन के होए बताए हैं। मोन दी मदार केते अश्विनी कुमार केते अंसा अवतार केते काल वस भये हैं। पीरियो पकांबर केते गने ना परत एते। इन्ने होए जेड़े गिने नहीं जाते, जिन्हां दा अंत ही नहीं आउंदा। आए संसार विच ते चले गए। काल ने किसे दा लिहाज नहीं रखिया। काल दा अर्थ है समा। जेड़ा समा है, समय अनुसार काल ही पाए भयो ब्रह्मा शिव, काल ही पाए भयो जुगिया है। और सो काल सबे बस काल के एक ही काल अकाल सदा है।
ਜਿੰਨੇ ਦੇਵੀ ਦੇਵਤੇ ਨੇ, ਜਿੰਨੇ 24 ਅਵਤਾਰ ਨੇ, ਜਿੰਨੇ ਗੁਰੂ ਭਗਤ ਨੇ, ਜਿੰਨੇ ਪੀਰ ਪਕੰਬਰ ਨੇ, ਸਭ ਕਾਲ ਦੇ ਅਧੀਨ ਹਨ, ਸਮੇਂ ਦੇ ਅਧੀਨ ਹਨ। ਸਮੇਂ ਅਨੁਸਾਰ ਆਏ, ਸਮੇਂ ਅਨੁਸਾਰ ਚਲੇ ਗਏ। ਪਰ ਇੱਕ ਅਕਾਲ ਹੈ ਜਿਹੜਾ ਕਾਲ ਵਿੱਚ ਨਹੀਂ ਆਉਂਦਾ। ਏਕ ਹੀ ਕਾਲ, ਅਕਾਲ ਸਦਾ ਹੈ। ਅਕਾਲ ਪੁਰਖ ਜਿਹੜਾ ਹੈ ਉਹ ਸਮੇਂ ਦੀ ਪਕੜ ਤੋਂ ਪਰੇ ਹੈ। ਆਜ ਕਾਲ ਪੁਨ ਤੋਹੇ ਗਰਸ ਹੈ। ਬਸ ਅੱਜ ਜਾਂ ਕੱਲ ਤੈਨੂੰ ਕਾਲ ਨੇ ਖਾ ਜਾਣਾ, ਤੈਨੂੰ ਸਮੇਂ ਨੇ ਗਰਸ ਲੈਣਾ। ਇਹ ਟੱਡਿਆ ਹੋਇਆ ਮੂੰਹ ਜਿਹੜਾ ਕਾਲ ਨੇ ਹੈ ਤੈਨੂੰ ਹੜੱਪ ਕਰ ਲੈਣਾ, ਬਿਨ ਪੁੱਛਿਆ ਹੀ ਲੈ ਜਾਏ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਜਿਹਦੀ ਮੌਤ ਆਉਂਦੀ ਉਹ ਥਿਤ ਵਾਰ ਨਹੀਂ ਪੁੱਛਦੀ। ਪਤਾ ਨਹੀਂ ਸਵਾਸ ਬਾਹਰ ਗਿਆ, ਅੰਦਰ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਰੰਕਾ ਬੰਕਾ ਜੀ ਕਹਿੰਦੇ ਨੇ ਸਾਨੂੰ ਤੇ ਸਵਾਸ ਦਾ ਵੀ ਕੋਈ ਭਰੋਸਾ ਨਹੀਂ ਕਿ ਸਾਡਾ ਬਾਹਰ ਗਿਆ ਸਵਾਸ ਅੰਦਰ ਆਵੇ ਜਾਂ ਨਾ ਆਵੇ। ਇਸ ਕਰਕੇ ਅਸੀਂ ਸਵਾਸ ਪ੍ਰਭੂ ਦਾ ਸਿਮਰਨ ਕਰਦੇ ਹਾਂ। ਉੱਦਾਂ ਪਰਮੇਸ਼ਰ ਸਾਡੇ ਘਰ ਵਿੱਚ ਹੀ ਰਹਿੰਦਾ ਹੈ। ਨਾਮਦੇਵ ਨੂੰ ਥੋੜਾ ਹੰਕਾਰ ਹੋ ਗਿਆ ਕਿ ਮੈਨੂੰ 72 ਵਾਰ ਦਰਸ਼ਨ ਹੋਏ ਨੇ, ਤੇ ਉਹਦਾ ਹੰਕਾਰ ਤੋੜਨ ਵਾਸਤੇ ਨਾਮਦੇਵ ਨੂੰ ਕਿਹਾ, ਜਦੋਂ ਰੰਕਾ ਬੰਕਾ ਵੀ ਭਗਤ ਨੇ, ਜਦੋਂ ਰੰਕੇ ਬੰਕੇ ਦੇ ਘਰ ਨਾਮਦੇਵ ਜੀ ਗਏ ਤਾਂ ਉਹ ਇੱਕ ਬੱਚੀ ਹਲਦੀ ਕੁੱਟ ਰਹੀ ਸੀ। ਜਦੋਂ ਹਲਦੀ ਕੁੱਟ ਰਹੀ ਸੀ ਪੁੱਛਿਆ ਵੀ ਤੁਹਾਡੇ ਕੋਲ ਪਰਮਾਤਮਾ ਪਰਮੇਸ਼ਰ ਜੀ ਰਹਿੰਦੇ ਨੇ? ਉਹ ਕਹਿੰਦੇ ਹਾਂ, ਅੰਦਰ ਮੰਜੇ ਤੇ ਉਹੀ ਬਰਾਜਦੇ, ਅਸੀਂ ਭੋਂ ਤੇ ਸੌਂਦੇ ਹਾਂ। ਤੇ ਹੁਣ ਇੱਕ ਨਵਾਂ ਭਗਤ ਜੰਮਿਆ, ਨਾਮਾ ਉਹਨੇ ਰੱਬ ਦਾ ਅੰਤ ਲੈਣਾ ਚਾਹਿਆ ਤੇ ਪਰਮੇਸ਼ਰ ਨੇ ਮੋਢਾ ਲਾ ਕੇ ਮੰਦਰ ਫੇਰ ਦਿੱਤਾ ਤੇ ਉਹਨੂੰ ਮੁਸਕੋੜ ਆ ਗਈ। ਤੇ ਮੈਂ ਹੁਣ ਇਹਦੇ ਵਾਸਤੇ ਹਲਦੀ ਕੁੱਟ ਰਹੀ ਹਾਂ, ਉਹਦੇ ਤੇ ਪੁਲਿਸ ਬਣਾ ਕੇ ਬੰਨਣੀ ਜਦੋਂ ਮਹਾਰਾਜ ਆਉਣਗੇ। ਤੇ ਰਾਮਦੇਵ ਦਾ ਹੰਕਾਰ ਟੁੱਟ ਗਿਆ ਕਿ ਮੇਰੇ ਨਾਲੋਂ ਵੀ ਭਗਤ ਬਹੁਤ ਅੱਗੇ ਹਨ। ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਸਮਝ ਰਾਖੋ ਚੀਤ। ਇਸ ਗੱਲ ਦੀ ਮਨ ਵਿੱਚ ਸਮਝ ਰੱਖੋ, ਇਸ ਗੱਲ ਦਾ ਮਨ ਵਿੱਚ ਧਿਆਨ ਰੱਖੋ। ਕਹੇ ਨਾਨਕ RAM ਭਜ ਲੈ। ਗੁਰੂ ਜੀ ਕਹਿੰਦੇ RAM ਦਾ ਨਾਮ ਜਪ ਲੈ, ਪਰਮੇਸ਼ਰ ਦਾ ਭਜਨ ਕਰ ਲੈ, ਉਹ ਤੇਰੇ ਲੇਖੇ ਵਿੱਚ ਪਵੇਗਾ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਗੁਰੂ ਜੀ ਕਹਿੰਦੇ ਹੋਰ ਸਾਰੇ ਕੰਮ ਤੇਰੇ ਕਿਸੇ ਲੇਖੇ ਵਿੱਚ ਨਹੀਂ। ਭਜ ਸਾਧ ਸੰਗਤ, ਸਾਧ ਸੰਗਤ ਦੇ ਵਿੱਚ ਆ ਕੇ ਕੇਵਲ ਪਰਮੇਸ਼ਰ ਦਾ ਨਾਮ ਜਪ। ਅੱਗੇ ਮਨ ਕੀ ਮਨ ਹੀ ਮਾਹੇ ਰਹੀ। ਦੂਜੇ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਨੇ ਕਿ ਬੰਦਾ ਯੋਜਨਾ ਬੜੀਆਂ ਬਣਾਉਂਦਾ ਹੈ ਕਿ ਜਦੋਂ ਅਸੀਂ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ, 60 ਸਾਲਾਂ ਦੇ ਹੋ ਗਏ, ਉਦੋਂ ਤੇ ਭਜਨ ਹੀ ਕਰਨਾ। ਜਦੋਂ 60 ਸਾਲਾਂ ਦਾ ਹੁੰਦਾ ਉਦੋਂ ਹੋਰ ਕਈ ਝਮੇਲੇ ਪੈ ਜਾਂਦੇ ਨੇ। ਮਨ ਦੇ ਕੜਾ ਮਨ ਵਿੱਚ ਹੀ ਰਹਿ ਜਾਂਦੇ। ਮਨ ਕੀ ਮਨ ਹੀ ਮਾਹੇ ਰਹੀ। ਮਨ ਦੇ ਅੰਦਰ ਕਈ ਚੰਗੇ ਫੁਰਨੇ ਕੀਤੇ ਸੀ ਕਿ ਦਾਨ ਪੁੰਨ ਕਰਾਂਗੇ, ਤੀਰਥਾਂ ਦੀ ਯਾਤਰਾ ਕਰਾਂਗੇ। ਅੱਗੇ ਫਰਮਾਉਂਦੇ ਹਨ, ਨਾ ਹਰ ਭਜੇ ਨਾ ਤੀਰਥ ਸੇਵੇ। ਨਾ ਤਾਂ ਹਰੀ ਦਾ ਭਜਨ ਕੀਤਾ ਤੇ ਨਾ ਤੀਰਥਾਂ ਦੀ ਹੀ ਯਾਤਰਾ ਕੀਤੀ। ਤੀਰਥ ਯਾਤਰਾ ਤੋਂ ਮਹਾਰਾਜ ਰੋਕਦੇ ਨਹੀਂ। ਅੱਜ ਕੱਲ ਦੇ ਮਿਸ਼ਨਰੀ ਤਾਂ ਕਹਿੰਦੇ ਤੀਰਥਾਂ ਤੇ ਜਾਣ ਦਾ ਕੋਈ ਲਾਭ ਨਹੀਂ। ਤੀਰਥਾਂ ਤੇ ਜਾਣ ਨਾਲ ਕੋਈ ਨਾ ਕੋਈ ਸਾਧੂ ਮਹਾਤਮਾ ਮਿਲ ਜਾਂਦਾ ਤੇ ਉੱਥੋਂ ਲਗਨ ਲੱਗ ਜਾਂਦੀ। ਨਾਲੇ ਜਿਹੜੇ ਸਾਡੇ ਗੁਰੂ ਹਨ 10, ਉਹਨਾਂ 10 ਗੁਰੂਆਂ ਦੇ ਜਨਮ ਸਥਾਨ, ਜਿੱਥੇ ਗੁਰਤਾ ਗੱਦੀ ਮਿਲੀ, ਜਿੱਥੇ ਗੁਰੂ ਸਾਹਿਬ ਨੇ ਸਰੀਰ ਛੱਡਿਆ, ਜਿੱਥੇ ਕੌਂਤਕ ਕੀਤੇ, ਜਿਵੇਂ ਨਨਕਾਣਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਮੱਝਾਂ ਚਾਰੀਆਂ, ਸੱਪ ਨੇ ਛਾਂ ਕੀਤੀ, ਹਰਿਆ ਖੇਤ ਕੀਤਾ, ਰੋੜਾਂ ਵਿੱਚ ਜਾ ਕੇ ਮਹਾਰਾਜ ਬਹਿੰਦੇ ਰਹੇ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣੇ ਆਈ। ਉਹਨਾਂ ਸਥਾਨਾਂ ਦੇ ਦਰਸ਼ਨ ਕਰਨ ਦੇ ਨਾਲ ਮਨ 'ਚ ਹੁੰਦਾ ਕਿ ਅਸੀਂ ਵੀ ਇਦਾਂ ਭਜਨ ਕਰੀਏ।
ਜਿਵੇਂ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਅਸੀਂ ਹੇਮਕੁੰਡ ਦੇ ਉੱਤੇ ਬੜਾ ਸਮਾਂ ਭਜਨ ਕੀਤਾ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਵਿਦ ਮੋਹਿ ਆਨੋ। ਹੇਮਕੁੰਡ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਭਤ ਹੈ ਤਹਾਂ। ਸਬਤ ਸ੍ਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਜਿੱਥੇ ਪਾਂਡਵਾਂ ਦੇ ਰਾਜੇ ਨੇ ਵੀ ਯੋਗ ਸਾਧਨਾ ਕੀਤੀ ਤੇ ਯੋਗ ਦਾ ਖੰਡਨ ਕਰਦੇ ਨੇ ਅੱਜ ਕੱਲ, ਪਰ ਬਚਿੱਤਰ ਨਾਟਕ 'ਚ ਲਿਖਿਆ ਕਿ ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤਰਵੈਣੀ ਭੈ, ਪੁੰਨ ਦਾਨ ਦਿਨ ਕਰਤ ਬਤੈ। ਤੇ ਇਸੇ ਤਰ੍ਹਾਂ ਯੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਹ ਕੀ ਸੇਵਾ। ਤਾਂਤੇ ਭੈ ਪ੍ਰਸੰਨ ਗੁਰਦੇਵਾ। ਤਿਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਫਿਰ ਅਸੀਂ ਕਲਯੁਗ ਦੇ ਵਿੱਚ ਅਵਤਾਰ ਧਾਰਿਆ ਜ਼ੁਲਮ ਨੂੰ ਨਾਸ਼ ਕਰਨ ਵਾਸਤੇ। ਦੁਸ਼ਟ ਦਮਨ ਨੂੰ ਅਕਾਲ ਪੁਰਖ ਨੇ ਭੇਜਿਆ ਕਿ ਜ਼ੁਲਮ ਬਹੁਤ ਵੱਧਦਾ ਜਾਂਦਾ ਹੈ। ਮਹਾਰਾਜ ਤੁਸੀਂ ਜਾ ਕੇ ਠੱਲ ਪਾਓ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਬੇਅੰਤ ਜੰਗ ਯੁੱਧ ਕਰਕੇ ਜ਼ੁਲਮ ਦਾ ਨਾਸ਼ ਕੀਤਾ। ਦਾਰਾ ਮੀਤ ਪੂਤ ਰਥ ਸੰਪਤ। ਦਾਰਾ ਮੈਨੇ ਇਸਤਰੀ, ਰਥ ਪਹਿਲੇ ਹੁੰਦੇ ਸੀ, ਅੱਜ ਕੱਲ ਕਾਰਾਂ ਨੇ ਵਧੀਆ ਵਧੀਆ ਕਰੋੜਾਂ ਰੁਪਈਆਂ ਦੀਆਂ ਰਥਾਂ ਦੇ ਵਿੱਚ ਲੋਕ ਬੈਠਦੇ ਸਨ। ਫਿਰ ਪਰਦਾਰਾ ਮੀਤ, ਮਿੱਤਰ ਜਿਹੜੇ ਹਨ, ਪੂਤ ਪੁੱਤਰ ਜਿਹੜੇ ਹਨ, ਅਤੇ ਸੰਬੰਧੀ ਜਿਹੜੇ ਰਿਸ਼ਤੇਦਾਰ ਹਨ। ਅਵਰ ਸਗਲ ਮਿਥਿਆਏ ਜਾਨੋ। ਇਹ ਸਾਰੇ ਝੂਠੇ ਜਾਣਨੇ ਕਰੋ ਤੁਸੀਂ। ਫਿਰਤ ਫਿਰਤ ਬਹੁਤੇ ਜਗ ਹਾਰਿਓ। ਮਹਾਰਾਜ ਕਹਿੰਦੇ ਇਹ 84 ਦੇ ਚੱਕਰ ਵਿੱਚ ਫਿਰਦਿਆਂ ਫਿਰਦਿਆਂ ਕਈ ਯੁੱਗ ਬੀਤ ਗਏ ਨੇ। ਹੁਣ ਤੁਹਾਨੂੰ ਮਨੁੱਖਾ ਦੇਹ ਦੀ ਪ੍ਰਾਪਤੀ ਹੋਈ ਹੈ। ਨਾਨਕ ਕਹਿਤ ਮਿਲਨ ਕੀ ਬਰੀਆ। ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਨਾਲ ਮਿਲਣ ਦੀ ਇਹ ਵਾਰੀ ਹੈ। ਗੁਰੂ ਜੀ ਕਹਿੰਦੇ ਅਬ ਹੁਣ ਨਾ ਮਿਲਿਓ ਤੇ ਮਾਨਸ ਦੇਹ ਬਹੁਰ ਨਹਿ ਪਾਵੈ। ਕਰ ਕਛੂ ਉਪਾਉ ਮੁਕਤ ਕਾ ਕਰ ਰੇ। ਕੋਈ ਨਾ ਕੋਈ ਉਪਾਅ ਕਰ ਲਾ ਮੁਕਤੀ ਦਾ, ਤੈਨੂੰ ਮਨੁੱਖਾ ਦੇ ਦੂਸਰੀ ਵਾਰ ਨਹੀਂ ਮਿਲਣੀ। ਇਹ ਹੀ ਹੁਣ ਜਿਹੜੇ ਸਾਡੇ ਸਵਾਸ ਬਾਕੀ ਨੇ, ਇਹਨੂੰ ਸੇਵਾ ਵਿੱਚ ਸਿਮਰਨ ਵਿੱਚ ਲਾ ਕੇ ਅਸੀਂ ਸਫਲਾ ਕਰਨਾ ਹੈ। ਸੋ ਇਹਨੇ ਅੱਖਰ ਪ੍ਰਵਾਨ ਕਰਨੇ। ਕੱਲ ਨੂੰ ਸੰਤ ਆਸ਼ਰਮ ਦੇ ਵਿੱਚ ਪ੍ਰੋਗਰਾਮ ਹੈ। ਉੱਥੇ ਜਿਹੜੀਆਂ ਜਿਹੜੀਆਂ ਸੰਗਤਾਂ ਪਹੁੰਚ ਸਕਣ, ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਗੁਰੂ ਘਰ ਦੇ ਅਨੰਨ ਸੇਵਕ ਬਾਬਾ ਕੁਲਦੀਪ ਸਿੰਘ ਜੀ ਨੇ ਆਸ਼ਰਮ ਬਣਾਇਆ ਬੜੀ ਰੀਝ ਨਾਲ। ਉੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। ਸਾਰੀਆਂ ਸੰਗਤਾਂ ਸੁਣ ਕੇ ਲਾਭ ਪ੍ਰਾਪਤ ਕਰੋ। ਹੋਈਆਂ ਭੁੱਲਾਂ ਗਲਤੀਆਂ ਮਾਫ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਮਹਾਰਾਜ ਕਰੋ ਕਿਰਪਾ। ਵਾਹਿਗੁਰੂ। ਵੇ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੈ। ਹੋਏ 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 ਕਿਰਪਾਲ ਸੁਆਮੀ ਮੇਰੇ, ਸੰਤਾਂ
ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ 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 ਹੋਏ ਕਿਰਪਾਲ ਸੁਆਮੀ ਮੇਰੇ 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 ਸੰਤਾ ਸੰਗ ਵਿਹਾਵੇ 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 ਹੋਏ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਹੋਏ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਹੋਏ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਸਾਸ ਗਰਾਸ ਨ ਵਿਸਰੈ ਹਰ ਨਾਮਾ ਹਰ ਮੰਤ ਵਾਹਿਗੁਰੂ 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 ਜਿਨਾ ਸਾਸ ਗਰਾਸ ਨ ਵਿਸਰੈ ਹਰ ਨਾਮਾ ਹਰ ਮੰਤ ਵਾਹਿਗੁਰੂ 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 ਧੰਨ ਸੇ ਨਾਨਕਾ ਪੂਰਨ ਸੋਈ ਸੰਤ ਵਾਹਿਗੁਰੂ 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 ਧੰਨ ਸੇ ਨਾਨਕਾ ਪੂਰਨ ਸੋਈ ਸੰਤ ਜਿਨਾ ਸਾਸ ਗਰਾਸ ਨ ਵਿਸਰੈ ਹਰ ਨਾਮਾ ਹਰ ਮੰਤ ਧੰਨ ਸੇ ਨਾਨਕਾ ਪੂਰਨ ਸੋਈ ਸੰਤ ਹੋਏ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਤੁਦੋਂ ਭੁਲੇ ਸੇ ਜਮ ਜਮ ਮਰਦੇ ਉਹ ਕਦੇ ਨਾ ਚੂਕਣ ਆਵੇ ਜਿਨਾ ਸਾਸ ਗਰਾਸ ਨ ਵਿਸਰੇ ਹਰ ਨਾਮਾ ਹਰ ਮੰਤ ਧੰਨ ਸੇ ਨਾਨਕਾ ਧੰਨ ਸੇ ਨਾਨਕਾ ਪੂਰਨ ਸੋਈ ਸੰਤ ਹੋਏ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ 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 ਹੋਏ ਕਿਰਪਾਲ ਸੁਆਮੀ ਮੇਰੇ
संतां संग विहावे। होए किरपाल स्वामी मेरे संतां संग विहावे। होए कृपाल स्वामी मेरे संतां संग विहावे। होए किरपाल स्वामी मेरे संतां संग विहावे। होए किरपाल स्वामी मेरे संतां संग विहावे। होए किरपाल स्वामी मेरे संतां संग विहावे। किरपाल स्वामी मेरे संतां संग विहावे। होए किरपाल स्वामी मेरे संतां संग विहावे। 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 होए किरपाल स्वामी मेरे संतां संग विहावे। होए किरपाल स्वामी मेरे संतां संग विहावे। कृपाल स्वामी मेरे संतां संग विहावे। होए कृपाल स्वामी मेरे संतां संग विहावे। होए किरपाल स्वामी मेरे संतां संग विहावे। होए किरपाल स्वामी मेरे संतां संग विहावे। होए कृपाल स्वामी मेरे संतां संग विहावे। होए कृपाल स्वामी मेरे संतां संग विहावे। 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 होए किरपाल स्वामी मेरे संतां संग विहावे। होए किरपाल स्वामी मेरे संतां संग विहावे। होए कृपाल स्वामी मेरे संतां संग विहावे। होए कृपाल स्वामी मेरे संतां संग विहावे। धीर सेवा को दोए भले एक संत एक राम। वाहिगुरु 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 वाहिगुरु। धीर सेवा को दोए भले एक संत एक राम। वाहिगुरु 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 वाहिगुरु। राम जप दाता मुक्त को संत जपावे नाम। वाहिगुरु 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 वाहिगुरु। राम जो दाता मुक्त को संत जपावे नाम। कबीर सेवा को दोए भले एक संत एक राम। राम जो दाता मुक्त को संत जपावे नाम। राम जो दाता मुक्त को संत जपावे नाम। हर जस गायो संत जना मिल। हर जस गायो संत जना मिल। हर जस गायो संत जना मिल। कोट जन्म के दुख गवायो। जो चाहत सोई मन पायो। सारे कृपा हर नाम दिवायो। सर्व सुख हर नाम बजाई। प्रसाद नानक मत पाई मिल। हर जस गायो
दीर्घायु संत जना। मिल सलोक पवन गुरु पाणी पिता, माता तरत महत, दिवस रात दुए दाई दाया, खेलै सकल जगत। चंगियाइयां बुराइयां वाचे धर्म दूर, करमी आपो अपने, करमी आपो अपने, केने के दूर, जिनी नाम ते आया, गए मरकत काल, नानक ते मुख उजले, कीती छुटी नाल, जिनी नाम ते आया, गए मरकत काल, नानक ते मुख उजले, कीती छुटी नाल, कीती छुटी नाल, कीती छुटी नाल। इक ओंकार सतगुर प्रसाद। श्लोक महला तीजा। ए मन हर जीत आए तो, इक मन इक चित पाए, हर किया सदा सदा वड्याइयां, दे न पछोताए। ए मन हर जीत आए तो, इक मन इक चित पाए, हर किया सदा सदा वड्याइयां, दे न पछोताए। हो हर के सद बलिहारने, जित सेविए सुख पाए। नानक गुरमुख मिल रहे, हो में शब्द जलाए। महला तीजा। आपे सेवा लायन, आपे बख्श करे, सबना का मां प्यो आप है, आपे सार करे। नानक नाम ते आयन, तिन निज कर वास है, जुग जुग शोभा होए। पौड़ी। तू करन कारण समरथ है करते, मैं तुझ बिन अवर न कोई। तुझ आपे शिष्ट सिरजिया, आपे फुन गोई। सब इको शब्द वरतदा, जो करे सो होई। वड्याई गुरमुख दे प्रभ, हर पावे सोई। गुरमुख नानक राधिया, सब आखो तन 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 गुर सोई। वड्याई गुरमुख दे प्रभ, हर पावे सोई। गुरमुख नानक राधिया, सब आखो तन 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 गुर सोई। सत